खेती ਕਾਨੂੰਨਾਂ ਦੀ ਵਾਪਸੀ ਦਾ ਰਾਹ ਪੱਧਰਾ। ਜਾਣੋ ਕਿਵੇਂ ਵਾਪਸ ਹੋਣਗੇ खेती ਕਾਨੂੰਨ, ਕੀ ਹੋਵੇਗਾ ਪੂਰਾ ਪ੍ਰੋਸੈਸ। ਪਿਛਲੇ 1 ਸਾਲ ਵਿੱਚ ਕਿਸਾਨ ਅੰਦੋਲਨ ਦੀ ਵਜ੍ਹਾ ਬਣੇ 3 ਨਵੇਂ ਖੇਤੀਬਾੜੀ ਕਾਨੂੰਨ ਕੇਂਦਰ ਸਰਕਾਰ ਨੇ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਕੀਤਾ। ਆਪਣੇ 18 ਮਿੰਟ ਦੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਸਰਕਾਰ 3 ਖੇਤੀਬਾੜੀ ਕਾਨੂੰਨਾਂ ਨੂੰ ਨੇਕ ਨੀਅਤ ਦੇ ਨਾਲ ਲਿਆਈ ਸੀ, ਪਰ ਇਹ ਗੱਲ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਹੁਣ ਵੱਡਾ ਸਵਾਲ ਇਹ ਹੈ ਕਿ ਇਹ ਖੇਤੀ ਕਾਨੂੰਨ ਵਾਪਸ ਲੈਣ ਦਾ ਪੂਰਾ ਪ੍ਰੋਸੈਸ ਕੀ ਹੋਵੇਗਾ, ਕਿਉਂਕਿ ਇਹ ਕਾਨੂੰਨ ਪੂਰੀ ਪ੍ਰਕਿਰਿਆ ਦੇ ਨਾਲ ਦੇਸ਼ ਦੀ ਸੰਸਦ ਵਿੱਚ ਪਾਸ ਕੀਤੇ ਗਏ ਸੀ ਤੇ ਇਹਨਾਂ ਦੀ ਵਾਪਸੀ ਦਾ ਰਾਹ ਵੀ ਦੇਸ਼ ਦੀ ਸੰਸਦ ਰਾਹੀਂ ਹੀ ਹੋ ਕੇ ਜਾਂਦਾ ਹੈ। ਕਿਸਾਨ ਆਗੂ ਵੀ ਕਹਿ ਚੁੱਕੇ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਖੇਤੀ ਕਾਨੂੰਨ ਦੇਸ਼ ਦੀ ਸੰਸਦ ਵਿੱਚ ਪਾਸ ਹੋਏ ਸੀ ਤਾਂ ਇਹ ਰੱਦ ਵੀ ਉੱਥੇ ਹੀ ਕੀਤੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਜੇ ਲੱਡੂ ਨਹੀਂ ਵੰਡੇ ਜਾਣਗੇ, ਪਹਿਲਾਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਕੀਤੇ ਜਾਣ ਤਾਂ ਹੀ ਅੰਦੋਲਨ ਤੋਂ ਵਾਪਸੀ ਹੋਵੇਗੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਮੁੱਦਾ MSP ਹੈ, ਸਰਕਾਰ MSP ਗਾਰੰਟੀ ਕਾਨੂੰਨ ਲੈ ਕੇ ਆਵੇ। ਜਦੋਂ ਤੱਕ ਸਾਰੇ ਮੁੱਦਿਆਂ ਦਾ ਹੱਲ ਨਹੀਂ ਹੁੰਦਾ, ਅੰਦੋਲਨ ਇਸੇ ਤਰ੍ਹਾਂ ਜਾਰੀ रहेगा। सुनो की कहना है किसान आगुओं का। सबसे बड़ा सवाल है कि प्रधानमंत्री ने कहा कि 3 कानून हमने वापसी ले लिए। प्रधानमंत्री जी, 3 कानून नहीं, पहले आप इसको पार्लियामेंट में लेकर जाओ, वहां से इनको पास करवाओ। ये किसान बगैर सर पे टिकट लेकर नहीं जाएगा घर। और MSP की गारंटी आप दो, क्योंकि हम जहां पे है यहाँ पे किसी किसान की MSP पे कोई खरीद नहीं होती। MSP का सवाल देश का सवाल है पूर्ण रूप से, और आम जनता को ज्यादा उत्साहित होने की जरूरत नहीं, अभी लाडू और मिठाई बांटने की जरूरत नहीं। ये संघर्ष अभी जारी रहेगा। आज हमारी संयुक्त मोर्चे की 9 मेंबरी कमेटी की मीटिंग है जो सिंगू बॉर्डर पे है, जो हमारा हेड ऑफिस है, उसमें पूर्ण रूप से फाइनल डिसीजन वे लेंगे, पूर्ण रूप से फैसला वहां पे होगा। मोदी ने 3 काले कानून वापस लेने का ऐलान किया है, जिसके लिए आप बहुत लंबे समय से लड़ रहे हो और जगह जगह से फोन भी आ रहे हैं। साथियों, सबसे पहले तो हम उन 700 से ज़्यादा किसानों को श्रद्धांजलि देना चाहेंगे, उनके आगे सल्यूट करना चाहेंगे, जिन्होंने इस आंदोलन में कुर्बानियाँ दी और जिसकी वजह से ये आंदोलन आज तक चल रहा है, और जिनकी वजह से आज देश का, दुनिया का सबसे हठी आदमी आज झुका है। ਫਿਲਹਾਲ ਤਿੰਨੇ ਕਾਨੂੰਨ ਵਾਪਸ ਹੋਣ ਦਾ ਐਲਾਨ ਹੋ ਚੁੱਕਾ ਹੈ, ਪਰ ਕਾਨੂੰਨ ਕਿਵੇਂ ਵਾਪਸ ਹੋਣਗੇ ਇੱਕ ਵਾਰ ਤੁਹਾਨੂੰ ਉਹਦਾ ਪੂਰਾ ਪ੍ਰੋਸੈਸ ਸਮਝਾ ਦਿੰਨੇ ਆ। ਕਿਸੇ ਵੀ ਕਾਨੂੰਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵੀ ਉਸੇ ਤਰ੍ਹਾਂ ਹੋਵੇਗੀ ਜਿਸ ਤਰ੍ਹਾਂ ਕੋਈ ਨਵਾਂ ਕਾਨੂੰਨ ਬਣਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਸਰਕਾਰ ਸੰਸਦ ਦੇ ਦੋਨਾਂ ਸਦਨਾਂ ਵਿੱਚ ਇਸ ਸੰਬੰਧ ਵਿੱਚ ਬਿੱਲ ਪੇਸ਼ ਕਰੇਗੀ। ਸਰਕਾਰ ਨੇ ਕਿਹਾ ਹੈ ਕਿ ਉਸ ਸੰਸਦ ਸੈਸ਼ਨ ਵਿੱਚ ਇਸ ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਲਈ ਬਿੱਲ ਲੈ ਕੇ ਆਵੇਗੀ। ਸੰਸਦ ਸੈਸ਼ਨ 29 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸੰਸਦ ਦੇ ਦੋਹਾਂ ਸਦਨਾਂ ਵਿੱਚ ਇਹ ਬਿੱਲ ਬਹੁਮਤ ਦੇ ਆਧਾਰ ਉੱਤੇ ਪਾਸ ਕੀਤਾ ਜਾਵੇਗਾ। ਬਿੱਲ ਪਾਸ ਹੋਣ ਦੇ ਬਾਅਦ ਰਾਸ਼ਟਰਪਤੀ ਦੇ ਕੋਲ ਜਾਵੇਗਾ। ਰਾਸ਼ਟਰਪਤੀ ਉਸ ਉੱਤੇ ਆਪਣੀ ਮੋਹਰ ਲਗਾਉਣਗੇ। ਰਾਸ਼ਟਰਪਤੀ ਦੀ ਮੋਹਰ ਦੇ ਬਾਅਦ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇਗੀ। ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਖੇਤੀਬਾੜੀ ਕਾਨੂੰਨ ਰੱਦ ਹੋ ਜਾਣਗੇ। ਸੁਪਰੀਮ ਕੋਰਟ ਦੇ ਰਾਹੀਂ ਵੀ ਸਰਕਾਰ ਵਾਪਸ ਲੈ ਸਕਦੀ ਹੈ ਕਾਨੂੰਨ। ਇਸ ਤੋਂ ਇਲਾਵਾ ਸਰਕਾਰ ਕੋਲ ਦੂਜਾ ਰਸਤਾ ਵੀ ਹੈ। ਸਰਕਾਰ ਸੁਪਰੀਮ ਕੋਰਟ ਦੇ ਰਾਹੀਂ ਵੀ ਖੇਤੀ ਕਾਨੂੰਨ ਵਾਪਸ ਲੈ ਸਕਦੀ ਹੈ, ਕਿਉਂਕਿ ਖੇਤੀਬਾੜੀ ਕਾਨੂੰਨਾਂ ਉੱਤੇ ਸੁਪਰੀਮ ਕੋਰਟ ਵਿੱਚ ਵੀ ਮਾਮਲਾ ਵਿਚਾਰ ਅਧੀਨ ਹੈ। ਸਰਕਾਰ ਜੇਕਰ ਚਾਹੇ ਤਾਂ ਵਿਕਲਪਿਕ ਤੌਰ ਉੱਤੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇ ਕੇ ਵੀ ਇਸ ਕਾਨੂੰਨ ਨੂੰ ਰੱਦ ਕਰਨ ਲਈ ਆਪਣੀ ਸਹਿਮਤੀ ਦੇ ਸਕਦੀ ਹੈ ਤੇ ਸੁਪਰੀਮ ਕੋਰਟ ਦੇ ਕਾਨੂੰਨੀ ਹੁਕਮਾਂ ਤੇ ਕਾਨੂੰਨ ਰੱਦ ਹੋ ਸਕਦੇ ਨੇ। ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਹੋਣ ਵਿੱਚ ਚਾਹੇ ਅਜੇ ਥੋੜਾ ਸਮਾਂ ਹੋਰ ਲੱਗ ਸਕਦਾ ਹੈ, ਪਰ ਕਿਸਾਨਾਂ ਵਿੱਚ ਇਸ ਐਲਾਨ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ। ਸਿੰਘੂ ਬਾਰਡਰ ਤੇ ਕਿਸਾਨ ਭੰਗੜੇ ਪਾ ਕੇ ਜਸ਼ਨ ਮਨਾ ਰਹੇ ਨੇ, ਲੱਡੂ ਵੰਡੇ ਜਾ ਰਹੇ ਨੇ ਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਦਿੱਲੀ ਦੇ ਬਾਰਡਰ ਗੂੰਜ ਰਹੇ ਨੇ, ਪਰ ਨਾਅਰੇ ਅੱਜ ਜਿੱਤ ਦੇ ਨਾਅਰੇ ਨੇ।
ਦਿੱਲੀ ਦੇ ਬਾਰਡਰਾਂ ਤੋਂ ਜਸ਼ਨ ਦੀ ਗੂੰਜ ਪੰਜਾਬ ਤੱਕ ਸੁਣਾਈ ਦੇ ਰਹੀ ਹੈ। ਪੰਜਾਬ ਵਿੱਚ ਵੀ ਲੋਕ ਖੇਤੀ ਕਾਨੂੰਨ ਰੱਦ ਹੋਣ ਦੀ ਗੱਲ ਸੁਣ ਕੇ ਸੜਕਾਂ ਉੱਤੇ ਉਤਰ ਆਏ। ਸੜਕਾਂ ਤੇ ਲੋਕਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਖੁਸ਼ੀ ਦੀ ਗੱਲ ਆ ਜਿਹੜਾ ਅੱਜ ਸਰਕਾਰ ਚੁੱਕੀ ਆ, ਜਿਹੜੀ ਕਿਸਾਨਾਂ ਦੀ ਜਿੱਤ ਹੋਈ ਹੈ, ਗੁਰੂ ਨਾਨਕ ਮਹਾਰਾਜ ਦੀ ਜਿੱਤ ਹੈ। ਸਾਰੇ ਹੀ ਦੇਸ਼ ਵਾਸੀਆਂ ਨੂੰ, ਸਾਰੇ ਕਿਸਾਨ ਜਥੇਬੰਦੀਆਂ ਨੂੰ ਲੱਖ ਲੱਖ ਵਧਾਈ ਆ। ਜਿਹੜਾ ਐਡਾ ਲੰਬਾ ਸੰਘਰਸ਼ ਜਿਹੜਾ ਕਿਸਾਨ ਤੇ ਉਸ ਮਹਾਰਾਜ ਦੀ ਸ਼ਕਤੀ ਨਾਲ ਜਿੱਤ ਕੇ ਵਾਪਸ ਘਰਾਂ ਨੂੰ ਆਉਣਗੇ, ਤੇ ਅਸੀਂ ਕਿਸਾਨ ਨੂੰ ਦੁਆਬਾ ਦੇ ਲੰਗਰਾਂ ਤੇ ਸਾਰੇ ਦੀ ਉਡੀਕ ਕਰਦੇ ਆ। ਸਾਰੇ ਲੰਗਰ ਛਕਾ ਕੇ ਇੱਥੋਂ ਸਾਰਾ ਉਹਨਾਂ ਦੀ ਸੇਵਾ ਕਰਕੇ ਜਾਣ ਦੇਵਾਂਗੇ। ਕਾਨੂੰਨ ਰੱਦ ਕੀ ਕਹਿਣਾ? ਦੇਖੋ ਜੀ, ਅੱਜ ਮੋਦੀ ਨੇ ਐਲਾਨ ਕੀਤਾ, ਕਾਨੂੰਨੀ ਰੱਦ ਐਲਾਨ ਹੋਇਆ, ਉਹਨੂੰ ਅਮਲੀ ਜਾਮਾ ਪਹਿਨਾਇਆ ਜਾਏਗਾ। ਉਸ ਤੋਂ ਬਾਅਦ ਧਰਨਾ ਹੌਲੀ ਹੌਲੀ ਚੁੱਕਿਆ ਜਾਏਗਾ। ਸਾਡੀ ਮਸ਼ੀਨਰੀ ਹੈ, ਦਿੱਲੀ ਦੇ ਟਰੈਕਟਰ ਨੇ, ਹੋਰ ਸਾਡੇ ਤੇ ਪਰਚੇ ਨੇ, ਬਹੁਤ ਕੁਝ ਹੈ। ਉਹ ਸਾਰੀਆਂ ਚੀਜ਼ਾਂ ਜਦੋਂ ਪੂਰੀ ਤੌਰ ਤੇ ਖਾਰਜ ਕਰਨਗੇ, ਰਿਟਰਨਾਈਜ਼, ਆਪਾਂ ਉਦੋਂ ਉਹਨੂੰ ਰੱਦ ਕਰਾਂਗੇ। ਅਜੇ ਐਲਾਨ ਹੋਇਆ, ਐਲਾਨ ਲਈ ਜਿਹੜਾ ਹੋਇਆ ਉਹਨੂੰ ਵੇਖਦੇ ਹੋਏ ਸਿੱਖ ਸੰਗਤਾਂ ਦੇ ਪੰਜਾਬ ਹਰਿਆਣਾ ਖੁਸ਼ੀ ਦਾ ਮਾਹੌਲ ਬਣਿਆ। ਪਰਮਾਤਮਾ ਖੁਸ਼ੀ ਦਾ ਮਾਹੌਲ ਬਣਾਈ ਰੱਖੇ। ਮਾਹੌਲ ਹੈ ਕਿ ਸਾਡਾ ਸੰਘਰਸ਼ ਜਿਹੜਾ ਇਹਨਾਂ ਕਾਨੂੰਨਾਂ ਦੀ ਲੜਾਈ ਵਾਸਤੇ ਲੜਿਆ ਜਾ ਰਿਹਾ ਸੀ। 600 ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ। ਅਸੀਂ ਵੱਧ ਖੁਸ਼ੀ ਤਾਂ ਨਹੀਂ ਮਨਾ ਸਕਦੇ, ਪਰ ਜਿਹੜੇ ਮੁਕਾਮ ਨੂੰ ਲੈ ਕੇ ਅਸੀਂ ਚੱਲੇ ਸੀਗੇ ਉਹ ਮੁਕਾਮ ਨੂੰ ਹਾਸਲ ਕਿਤੇ ਨਾ ਕਿਤੇ ਕਰ ਲਿਆ। ਪਰ ਜਿੰਨਾ ਚਿਰ ਹਜੇ ਇਹਨੂੰ ਕਾਨੂੰਨ ਦੇ ਵਿੱਚ ਦੁਬਾਰਾ ਮਤਾ ਪਾ ਕੇ ਰੱਦ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਜਿਹੜਾ ਇਹ ਸੰਘਰਸ਼ ਆ ਉੱਥੇ ਟਿਕਿਆ ਰਹੂਗਾ। ਅੰਦੋਲਨ ਦਿੱਲੀ ਦੇ ਬਾਰਡਰਾਂ ਤੇ ਟਿਕਿਆ ਰਹੂਗਾ। ਇੱਕ ਪਾਸੇ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਹੈ, ਦੂਜੇ ਪਾਸੇ ਪੰਜਾਬ ਦੇ ਭਾਜਪਾ ਲੀਡਰ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਕ੍ਰੈਡਿਟ ਨਹੀਂ ਛੱਡਣਾ ਚਾਹੁੰਦੇ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਤੋਂ ਵੀ ਜਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਸੋਮ ਪ੍ਰਕਾਸ਼ ਦੀ ਧਰਮ ਪਤਨੀ ਨੇ ਇਸ ਮੌਕੇ ਖਾਸ ਤੌਰ ਉੱਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਧਰ ਕਾਂਗਰਸ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਹ ਜਿੱਤ ਕਿਸਾਨਾਂ ਦੀ ਜਿੱਤ ਹੈ, ਇਸ ਵਿੱਚ ਕੋਈ ਸਿਆਸੀ ਫਾਇਦਾ ਕਿਸੇ ਨੂੰ ਨਹੀਂ ਹੋਵੇਗਾ। ਜੇਕਰ ਭਾਜਪਾ ਲੀਡਰ ਇਸ ਤੋਂ ਸਿਆਸੀ ਲਾਭ ਲੈਣ ਦੀ ਸੋਚ ਰਹੇ ਨੇ ਤਾਂ ਉਹ ਗਲਤ ਸੋਚ ਰਹੇ ਨੇ। ਮੈਂ ਉਹਦੇ ਲਈ ਉਹਨਾਂ ਦਾ ਧੰਨਵਾਦ ਕਰਦਾ ਔਰ ਪੂਰੇ ਨਾਨਕ ਨਾਮ ਲੇਵਾ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਕਿ ਅੱਜ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਜਿਹੜੇ ਅਸੀਂ ਆਏ ਹਾਂ, ਔਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਦੂਸਰੀ ਚੀਜ਼ ਜਿਹੜੀ ਆ ਕਿ ਅੱਜ ਜਿਹੜੇ ਖੇਤੀ ਕਾਨੂੰਨ ਹੋਏ ਨੇ, ਗੁਰੂ ਨਾਨਕ ਸਾਹਿਬ ਨੇ ਜਿੱਥੇ ਅਸੀਂ ਅੱਜ ਮੱਥਾ ਟੇਕਣ ਜਾ ਰਹੇ ਹਾਂ ਉੱਥੇ ਹੀ ਆਪਣੇ ਹੱਥਾਂ ਨਾਲ ਖੇਤੀ ਕੀਤੀ। ਉੱਤਮ ਖੇਤੀ, ਮੱਧਮ ਵਪਾਰ ਉਹਨਾਂ ਨੇ ਉੱਥੇ ਹੋਕਾ ਦਿੱਤਾ ਸੀ, ਅਤੇ ਅੱਜ ਦੇ ਦਿਨ 'ਤੇ ਇਹ ਚੀਜ਼ ਦਾ ਹੋਣਾ ਬਹੁਤ ਵੱਡੀ ਗੱਲ ਆ। 11 ਮਹੀਨਿਆਂ ਤੋਂ ਜਿਹੜੀ ਗੌਰਮੈਂਟ ਇਹ ਕਹਿੰਦੀ ਸੀ ਕਿ ਖੇਤੀ ਕਾਨੂੰਨ ਜਿਹੜੇ ਨੇ ਇਹ ਅਸੀਂ ਜਿਹੜੇ ਲਾਗੂ ਕੀਤੇ ਨੇ ਬਹੁਤ ਵਧੀਆ ਨੇ। 11 ਮਹੀਨਿਆਂ ਤੋਂ ਕਿਸਾਨ ਸੰਘਰਸ਼ ਕਰ ਰਹੇ ਸੀ। 11 ਮਹੀਨਿਆਂ ਤੋਂ ਪੂਰਾ ਹਿੰਦੁਸਤਾਨ ਪੈਰਾਲਾਈਜ਼ ਵਾਂਗੂ ਇੱਕ ਖੜ੍ਹਾ ਹੋ ਗਿਆ ਸੀ। 700 ਇਹਦੇ 'ਚ ਕੋਈ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ। ਅਤੇ ਚਲੋ ਮੈਂ ਕਹਿੰਦਾ ਦੇਰ ਆਏ ਦਰੁਸਤ ਆਏ। ਅੱਜ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਜਿਨ੍ਹਾਂ ਨੇ ਖੇਤੀ ਅਤੇ ਸਰਬ ਸਾਂਝੀਵਾਲਤਾ ਅਤੇ ਮਨੁੱਖਤਾ ਦਾ ਹੋਕਾ ਦਿੱਤਾ ਸੀ, ਉਹਨਾਂ ਦੇ ਜਨਮ ਦਿਹਾੜੇ 'ਤੇ ਗੌਰਮੈਂਟ ਆਫ ਇੰਡੀਆ ਨੇ ਆਪਣੀ ਗਲਤੀ ਮੰਨ ਕੇ ਔਰ ਇਹ ਜਿਹੜੇ ਕਾਲੇ ਕਾਨੂੰਨ ਰੱਦ ਕੀਤੇ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ। ਔਰ ਜਿਹੜੇ ਪਰਿਵਾਰ ਸਾਡੇ ਖੇਤੀਬਾੜੀ ਮੰਤਰੀ ਰਣਦੀਪ ਜੀ ਵੀ ਨਾਲ ਨੇ, ਜਿਹੜੇ ਪਰਿਵਾਰ 700 ਪਰਿਵਾਰ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਦੇ ਪਰਿਵਾਰ ਉੱਤੇ ਸ਼ਹੀਦ ਹੋ ਗਏ, ਹੁਣ ਪੀੜਤ ਪਰਿਵਾਰ ਨੇ, ਉਹਨਾਂ ਨੂੰ ਵੀ ਗੌਰਮੈਂਟ ਆਫ ਇੰਡੀਆ ਜਿਵੇਂ ਪੰਜਾਬ ਗੌਰਮੈਂਟ ਨੇ ਰਿਹੈਬਿਲਿਟੇਟ ਕਰਨ ਦਾ ਕੀਤਾ, ਉਸੇ ਤਰ੍ਹਾਂ ਗੌਰਮੈਂਟ ਆਫ ਇੰਡੀਆ ਨੂੰ ਵੀ ਇਹਦੇ ਵਿੱਚ ਉਹ ਵੀ ਜਿਹੜਾ ਪੈਕੇਜ ਦੇ ਵਿੱਚ ਲੈ ਕੇ ਉਹਨਾਂ ਪਰਿਵਾਰਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ। ਕਿਹਾ ਗਿਆ ਕਿ ਅਗਲੇ ਸੈਸ਼ਨ 'ਚ ਇਹਨਾਂ ਨੂੰ ਕਾਨੂੰਨੀ ਪ੍ਰਕਿਰਿਆ 'ਚ ਲਿਆਂਦਾ ਜਾਏਗਾ। ਲੱਗਦਾ ਕਿ ਪ੍ਰੋਪਰ 100% ਇਹ ਕਾਨੂੰਨ ਰੱਦ ਹੋਣਗੇ ਕਿ ਜਾਂ ਲੱਗਦਾ ਕਿ ਇਹ ਵਿੱਚ ਕੋਈ ਕਲੂ ਰੱਖ? ਦੇਖੋ, ਜੇ ਤੇ ਅੱਜ ਗੁਰੂ ਨਾਨਕ ਸਾਹਿਬ ਦਾ ਦਿਨ ਮੰਨੀਏ ਤੇ ਜਿਹੜੇ ਦਿਨ ਤੇ ਉਹਨਾਂ ਪਵਿੱਤਰ ਦਿਹਾੜੇ ਤੇ ਕੀਤਾ, ਤੇ ਮੇਰਾ ਖਿਆਲ ਉਹਨਾਂ ਦੀ ਮਨਸ਼ਾ ਜਿਹੜੀ ਕਲੀਅਰ ਹੋਏਗੀ। ਅਦਰਵਾਈਜ਼ ਗੁਰੂ ਨਾਨਕ ਸਾਹਿਬ ਕਦੀ ਮਾਫ ਨਹੀਂ ਕਰਨਗੇ। ਰੰਧਾਵਾ ਸਾਹਿਬ, ਪੰਜਾਬ ਵਿੱਚ ਤਾਂ ਲੱਗਦਾ ਬੀਜੇਪੀ ਜਿਹੜਾ ਹੈ ਬਾਕੀ ਲਈ ਚੈਲੰਜ ਬਣ ਸਕਦੀ ਹੈ। ਯਾਰ ਪਹਿਲਾਂ ਚੈਲੰਜ ਕੀ ਸੀ? ਜਿਹੜੇ ਵਿਸਾਖੀਆਂ ਦੇ ਸਹਾਰੇ ਚੱਲਦੇ ਹੁੰਦੇ ਆ ਉਹ ਕਦੀ ਚੈਲੰਜ ਨਹੀਂ ਕਿਸੇ ਕੋਲ। ਆਪਣੇ ਬਲਬੂਤੇ ਦੇ ਇਸ ਦਾ ਸਿਆਸੀ ਲਾਹਾ ਮਿਲੇਗਾ ਬੀਜੇਪੀ ਨੂੰ। ਅੱਜ ਸ਼ੁਭ ਦਿਨ ਆ। ਆਪਾਂ ਸਿਰਫ ਅੱਜ ਤੁਹਾਨੂੰ ਵੀ ਸਾਰਿਆਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਅੱਜ ਇਹ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਸ ਹਿਸਾਬ ਨਾਲ ਖੇਤੀਬਾੜੀ ਕਾਨੂੰਨ ਕੇ ਉਹਦੇ ਵਿੱਚ ਪੰਜਾਬ ਦਾ ਇਕਨੋਮਿਕਲੀ ਵੀ ਬਹੁਤ ਨੁਕਸਾਨ ਹੋਇਆ, ਪੰਜਾਬ ਲੋਕਾਂ ਦਾ ਅਤੇ ਖਾਸ ਕਰਕੇ ਸਰਕਾਰ ਦਾ। ਇਹ ਹੁਣ ਕਰੀਏ ਕਿ ਇਹ ਵੇਖੀਏ ਕਿ ਉਸ ਭਰਪਾਈ ਨੂੰ ਕਿਵੇਂ ਪੂਰੀਆਂ ਕਰਨਾ ਕਿ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਖੇਤੀ ਕਾਨੂੰਨਾਂ ਕਰਕੇ ਹੋਇਆ। ਇਹਦੇ ਬਾਅਦ ਅਸੀਂ ਕੀ ਨਵੇਂ ਸਟੈਪਸ ਲੈਣੇ ਨੇ। ਮੈਂ ਇੱਕ ਤੁਹਾਨੂੰ ਬੇਨਤੀ ਕਰ ਦੇਣੀ ਚਾਹੁੰਦਾ, ਕਦੀ ਵੀ ਕਿਸੇ ਨੂੰ ਤੰਗ ਕਰਕੇ
ਤੇ ਜੇ ਤੁਸੀਂ ਇਹ ਕਹੋ ਨਾ, ਤੁਸੀਂ ਮੇਰੀ ਇੱਕ ਬੇਨਤੀ ਸੁਣ ਲਓ, ਕਿਸੇ ਦੇ ਚੂੰਡੀ ਵੱਡੀ ਹੋਏ ਤੇ ਉਹਦੇ ਪੀੜ ਬਹੁਤ ਹੁੰਦੀ ਆ, ਉਹ ਕਦੀ ਉਹ ਚੀਜ਼ ਨੂੰ ਭੁੱਲਦਾ ਨਹੀਂ। ਇਹਦੇ 'ਚ ਕਿਸੇ ਨੂੰ ਕੋਈ ਸਿਆਸੀ ਲਾਭ ਨਹੀਂ ਮਿਲਦਾ, ਇਹਦੇ 'ਚ ਪੰਜਾਬ ਦੇ ਲੋਕਾਂ ਦੀ, ਹਿੰਦੁਸਤਾਨ ਦੇ ਕਿਸਾਨਾਂ ਦੀ ਜਿੱਤ ਹੋਈ ਆ, ਕਿਸੇ ਦੀ ਕੋਈ ਜਿੱਤ ਨਹੀਂ। ਮੈਂ ਤੁਹਾਡੇ ਪਹਿਲਾਂ ਮੈਂ ਕਹਿ ਦਿੱਤਾ ਕਿ ਜਿਹੜਾ 700 ਕਿਸਾਨ ਜਿਹੜਿਆਂ ਦੀ ਮੌਤ ਹੋਈ ਸੀ, ਉਹਨਾਂ ਦੇ ਕਿਸਾਨਾਂ ਦਾ ਵੀ, ਉਹਨਾਂ ਦੇ ਪਰਿਵਾਰਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਰੀਹੈਬਿਲਿਟੇਟ ਕਰਨਾ ਚਾਹੀਦਾ। ਕਿਹਦੀ ਮੈਂਬਰਸ਼ਿਪ ਕੀਤੀ ਆ? ਕੈਪਟਨ ਸਾਹਿਬ ਦੀ ਮੈਂਬਰਸ਼ਿਪ ਤੇ ਪਹਿਲਾਂ ਕਾਂਗਰਸ ਵੇਲੇ ਵੀ, ਤੇ ਜਿਹੜੇ ਬੰਦਿਆਂ ਨੇ ਕੱਪੜੇ ਹੀ ਬਦਲਦੇ ਰਹਿਣਾ, ਜਿਨ੍ਹਾਂ ਬੰਦਿਆਂ ਨੇ ਪਾਰਟੀਆਂ ਹੀ ਬਦਲਦੇ ਰਹਿਣਾ, ਉਹਨਾਂ ਨੂੰ ਥੋੜ੍ਹਾ ਤੁਸੀਂ ਵੀ ਕੰਟਰੋਲ 'ਚ ਰੱਖੋ, ਨਾ ਡਿਫੈਕਸ਼ਨ ਨੂੰ ਇੰਨਾ ਕਰੋ। ਮੈਂ ਕਿਹਾ ਤੁਸੀਂ ਨਾ ਗਲੋਰੀਫਾਈ ਕਰਿਆ ਕਰੋ ਕੈਪਟਨ ਸਾਹਿਬ ਨੇ, ਮੈਂ ਉਹਨਾਂ ਦੇ ਨਾਲ ਹੀ ਰਿਹਾ। ਭਾਜਪਾ ਨੂੰ ਖੇਤੀ ਕਾਨੂੰਨ ਵਾਪਸ ਲੈਣ ਦਾ ਪੰਜਾਬ ਦੀਆਂ ਚੋਣਾਂ ਵਿੱਚ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕੇਂਦਰ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹਰ ਪਾਸੇ ਖੁਸ਼ੀ ਹੈ, ਇੱਥੋਂ ਤੱਕ ਕਿ ਵਿਦੇਸ਼ਾਂ ਤੱਕ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ। ਕੈਨੇਡਾ ਵਿੱਚ ਵੀ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਪੰਜਾਬੀਆਂ ਨੇ ਭੰਗੜੇ ਪਾ ਕੇ ਕਾਨੂੰਨ ਵਾਪਸੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਬਿਊਰੋ ਰਿਪੋਰਟ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।